ਵੈਰੀ ਗੁੱਡ ਮਾਰਨਿੰਗ ਡੀਅਰ ਸਟੂਡੈਂਟਸ। ਤੁਹਾਨੂੰ ਪਤਾ ਹੈ ਕਿ ਤੁਹਾਡਾ ਜੀ 7ਵੀਂ ਕਲਾਸ ਦਾ ਪੈਸ ਦਾ ਟੈਸਟ ਹੈ ਜਿਹੜਾ 21 ਸਤੰਬਰ ਨੂੰ ਹੋਇਆ ਹੈ। ਤਾਂ ਬੇਟਾ ਜੀ ਆਓ ਅੱਜ ਇਸ ਟੈਸਟ ਦੇ ਸੋਲਿਊਸ਼ਨ ਨੂੰ ਅਸੀਂ ਜਾਣੀਏ। ਤੁਸੀਂ ਕੀ ਕੀਤਾ ਜੀ, ਟੈਸਟ ਤੁਹਾਡੇ ਕੋਲ ਖੁੱਲ੍ਹਿਆ, ਤੁਸੀਂ ਆਪਣੀ ਡਿਸਟ੍ਰਿਕਟ ਸਿਲੈਕਟ ਕਰ ਲਈ, ਤੁਸੀਂ ਆਪਣੀ ਕੀ ਕਰਤੀ ਜੀ ਸਟੂਡੈਂਟ ਈ ਪੰਜਾਬ ਆਈਡੀ ਜੋ ਵੀ ਤੁਹਾਡੀ ਸੀ ਉਹ ਤੁਸੀਂ ਸਿਲੈਕਟ ਕਰ ਲਈ। ਉਸ ਤੋਂ ਬਾਅਦ ਆਓ ਕੁਐਸਚਨਸ ਡਿਸਕਸ ਕਰਦੇ ਹਾਂ। ਬੇਟਾ ਜੀ ਇਹ ਬਹੁਤ ਜ਼ਰੂਰੀ ਹੈ ਆਨਸਰਸ ਨੂੰ ਜਾਣਨਾ, ਕਿਉਂਕਿ ਇਹਨਾਂ ਆਨਸਰਸ ਨੂੰ ਹੀ ਲੈ ਕੇ ਅਸੀਂ ਅਗਲੇ ਪੈਸ ਟੈਸਟ ਦੇਣੇ ਹੈ। ਆ ਜਾਓ ਪਹਿਲਾ ਕੁਐਸਚਨ ਪੜ੍ਹਦੇ ਹਾਂ। ਅਮਨ ਦੇ ਪਿਤਾ ਜੀ ਪੌਦਿਆਂ ਨੂੰ ਪਾਣੀ ਦੇ ਰਹੇ ਸਨ। ਅਮਨ ਨੇ ਉਤਸੁਕਤਾ ਨਾਲ ਆਪਣੇ ਪਿਤਾ ਜੀ ਨੂੰ ਪੁੱਛਿਆ ਕਿ ਜੜ੍ਹਾਂ ਤੋਂ ਪਾਣੀ ਕਿਸ ਤਰ੍ਹਾਂ ਪੌਦਿਆਂ ਦੇ ਉੱਪਰਲੇ ਹਿੱਸਿਆਂ ਤੱਕ ਪਹੁੰਚਦਾ ਹੈ। Aman's father was watering the plants. Aman curiously asked his father that how water reaches from roots to upper parts of plant. ਬੇਟਾ ਜੀ ਦੋ ਜਿਹੜੇ ਹੁੰਦੇ ਨੇ ਫਲੋਇਮ ਤੇ ਜ਼ਾਇਲਮ, ਉਹਨਾਂ ਦੁਆਰਾ ਅਸੀਂ ਤੁਹਾਨੂੰ ਸਮਝਾਏ ਗਏ ਕਿ ਉਹਨਾਂ ਦੇ ਕਾਰਜ ਕੀ ਹੁੰਦੇ ਹੈ। ਤੇ ਇੱਥੇ ਜਿਹੜਾ ਪਾਣੀ ਹੈ ਉਹ ਕੀ ਹੁੰਦਾ ਹੈ ਜੀ, ਜਿਹੜਾ ਜੜ੍ਹਾਂ ਤੋਂ ਯਾਨੀ ਇੱਕ ਹਿਸਾਬ ਦਾ ਮਿੱਟੀ ਤੋਂ ਜਿਹੜਾ ਉੱਪਰਲੇ ਪਾਰਟਸ 'ਚ ਗਿਆ ਤੇ ਇਹ ਕਿਹਦਾ ਕੰਮ ਹੈ ਪਿਆਰੇ ਵਿਦਿਆਰਥੀਓ, ਇਹ ਜ਼ਾਇਲਮ ਦਾ ਕੰਮ ਹੈ। ਇਹ ਕਿਹਦੇ ਦੁਆਰਾ ਹੁੰਦਾ ਹੈ, ਜ਼ਾਇਲਮ ਦੁਆਰਾ। ਠੀਕ ਹੈ ਡੀਅਰ ਸਟੂਡੈਂਟਸ, ਚਲੋ ਜੀ ਸੈਕਿੰਡ ਕੁਐਸਚਨ ਡਿਸਕਸ ਕਰਦੇ ਹਾਂ। ਬਹੁਤ ਇੱਕ ਕਨਫਿਊਜ਼ਿੰਗ ਕੁਐਸਚਨ ਸੀ ਕਿ ਪ੍ਰਕਾਸ਼ ਸੰਸਲੇਸ਼ਨ ਨਾਲ ਸੰਬੰਧਿਤ ਹੇਠ ਦਿੱਤੇ ਕਥਨਾਂ ਵਿੱਚੋਂ ਕਿਹੜਾ ਗਲਤ ਹੈ। ਯਾਨੀ ਤੁਸੀਂ ਇਹ ਨਹੀਂ ਲੱਭਣਾ ਸਹੀ ਕਿਹੜਾ ਹੈ, ਇਹ ਲੱਭਣਾ ਗਲਤ ਕਿਹੜਾ ਹੈ। What is wrong among the following statement? प्रकाश संश्लेषण के संबंधित नीचे दिए गए कथनों में से कौन सा गलत है। प्रकाश संश्लेषण ਲਈ ਕਾਰਬਨ ਡਾਈਆਕਸਾਈਡ ਅਤੇ ਪਾਣੀ ਜ਼ਰੂਰੀ ਹਨ। ਬਿਲਕੁਲ ਸਹੀ ਹੈ, ਇਹ ਤਾਂ ਜ਼ਰੂਰੀ ਹਨ। ਪ੍ਰਕਾਸ਼ ਸੰਸ਼ਲੇਸ਼ਣ ਲਈ ਕਲੋਰੀਫਿਲ ਜ਼ਰੂਰੀ ਨਹੀਂ ਹਨ। ਕਲੋਰੋਫਿਲ is not necessary for photosynthesis. ਪ੍ਰਕਾਸ਼ ਸੰਸ਼ਲੇਸ਼ਣ ਲਈ ਸੂਰਜ ਦੀ ਰੋਸ਼ਨੀ ਜ਼ਰੂਰੀ ਨਹੀਂ ਹੈ। ਸਨਲਾਈਟ is necessary for photosynthesis. ਪ੍ਰਕਾਸ਼ ਸੰਸ਼ਲੇਸ਼ਣ ਦੇ ਦੌਰਾਨ ਕਾਰਬੋਹਾਈਡਰੇਟ ਦਾ ਨਿਰਮਾਣ ਨਹੀਂ ਹੁੰਦਾ। ਪਿਆਰੇ ਵਿਦਿਆਰਥੀਓ, ਪ੍ਰਕਾਸ਼ ਸੰਸ਼ਲੇਸ਼ਣ ਲਈ ਕਲੋਰੋਫਿਲ ਜਿਹੜਾ ਹੈ ਉਹ ਤੁਹਾਡਾ ਜ਼ਰੂਰੀ ਨਹੀਂ ਹੈ। ਇਹ ਗਲਤ ਹੈ ਸਟੇਟਮੈਂਟ। ਅਸੀਂ ਆਪਾਂ ਇੱਥੇ ਸਟੇਟਮੈਂਟ ਕਿਹੜੀ ਲੱਭਣੀ ਹੈ, ਜਿਹੜੀ ਗਲਤ ਹੋਏ। ਠੀਕ ਹੈ ਡੀਅਰ ਸਟੂਡੈਂਟਸ, ਇਹਦਾ ਮਤਲਬ ਪ੍ਰਕਾਸ਼ ਸੰਸ਼ਲੇਸ਼ਣ ਲਈ ਜਿਹੜਾ ਕਲੋਰੋਫਿਲ ਜ਼ਰੂਰੀ ਨਹੀਂ ਲਿਖਿਆ ਗਿਆ ਹੈ ਉਹ ਸਟੇਟਮੈਂਟ ਗਲਤ ਹੈ। ਆਓ ਜੀ ਅਗਲੇ ਕੁਐਸਚਨ ਨੂੰ ਡਿਸਕਸ ਕਰੀਏ। ਸਵਰੀਨ ਜਾਣਦੀ ਹੈ ਕਿ ਭੋਜਨ ਮਿੱਦੇ ਵਿੱਚ ਦਾਖਲ ਹੁੰਦਾ ਹੈ ਜਿੱਥੇ ਪਾਚਕ ਰਸ ਹੁੰਦਾ ਹੈ। ਬਹੁਤ ਵਾਰੀ ਅਸੀਂ ਗੱਲ ਕੀਤੀ ਹੈ ਜੀ, ਭੋਜਨ ਮਿੱਦੇ 'ਚ ਹੁੰਦਾ ਹੈ ਜਿੱਥੇ ਕਿਹੜਾ ਰਸ ਹੁੰਦਾ ਜੀ, ਪਾਚਕ ਰਸ ਹੁੰਦਾ ਹੈ, ਅਤੇ ਤੇਜ਼ਾਬ ਇਸ ਦੇ ਪਾਚਨ ਵਿੱਚ ਮਦਦ ਕਰਦਾ ਹੈ। ਕਿਹੜਾ ਤੇਜ਼ਾਬ ਭੋਜਨ ਦੇ ਪਾਚਨ ਵਿੱਚ ਮਦਦ ਕਰਦਾ ਹੈ। ਸਵਰੀਨ ਨੋ that food enters into the stomach where digestive juices and acids helps in its digestion. Which acids helps in digestion? सवरीन जानती है कि भोजन अमस्य में प्रवेश करता है जहाँ पाचक रस और अम्ल इसके पाचन में मदद करते हैं। कौन सा अम्ल भोजन के पाचन में मदद करता है। सल्फ्यूरिक एसिड, एसिटिक एसिड, हाइड्रोक्लोरिक एसिड और नाइट्रिक एसिड। बेटा जी ਤੁਹਾਨੂੰ ਪਤਾ ਹੈ, ਤੁਸੀਂ ਆਪਣੇ ਡਾਇਗਰਾਮ 'ਚ ਵੀ ਕੀਤਾ ਹੈ ਕਿ ਤੁਹਾਡੇ ਮਿੱਦੇ ਵਿੱਚ ਹਾਈਡਰੋਕਲੋਰਿਕ ਐਸਿਡ ਹੁੰਦਾ ਹੈ। ਸੋ ਡੀਅਰ ਸਟੂਡੈਂਟਸ ਆ ਜਾਓ ਫੋਰਥ ਕੁਐਸਚਨ ਦੇਖੀਏ। ਪਹੇਲੀ ਸਾਹ ਕਿਰਿਆ ਦਾ ਮਾਡਲ ਬਣਾਉਣਾ ਚਾਹੁੰਦੀ ਹੈ। ਇਸ ਮਕਸਦ ਲਈ ਉਹ ਇੱਕ ਰਬੜ ਦੀ ਸ਼ੀਟ ਲੱਭ ਰਹੀ ਹੈ ਜਿਸ ਨੂੰ ਉਹ ਉਸਦੇ ਆਧਾਰ 'ਤੇ ਲਗਾਵੇਗੀ। ਆ ਦੇਖ ਰਹੇ ਹੋ ਤੁਸੀਂ ਮਾਡਲ, ਇਹ ਮਾਡਲ ਹੈ ਜੀ। ਇਹਦੇ ਵਿੱਚ ਇੱਕ ਪਾਈਪ ਲੱਗੀ ਹੈ, ਦੋ ਬੈਲੂਨਸ ਲੱਗੇ ਹੈ, ਥੱਲੇ ਰਬੜ ਦੀ ਸ਼ੀਟ ਲੱਗੀ ਹੈ। ਅੱਛਾ, ਉਸ ਤੋਂ ਬਾਅਦ ਜੀ ਤੁਸੀਂ ਇਹ ਦੱਸਣਾ ਹੈ ਕਿ ਇਹ ਰਬੜ ਦੀ ਸ਼ੀਟ ਕਿਹੜੇ ਅੰਗ ਨੂੰ ਪ੍ਰਦਰਸ਼ਿਤ ਕਰਦੀ ਹੈ। ਪਹੇਲੀ wants to construct a model of respiratory system. For this purpose she is searching for the rubber sheet which she used at the base of the model. ਬੇਸਿਕਲੀ ਇਹ ਰਬੜ ਸ਼ੀਟ ਕਿਹਦਾ ਕੰਮ ਕਰਦੀ ਹੈ, ਫੇਫੜਿਆਂ ਦਾ, ਲੰਗਸ ਦਾ, ਸਾਹ ਨਲੀ ਦਾ ਕਿ ਡਾਇਫਰਾਮ ਦਾ। ਬੇਟਾ ਜੀ ਇਹ ਜਿਹੜੀ ਸ਼ੀਟ ਹੈ ਡਾਇਫਰਾਮ ਦਾ ਕੰਮ ਕਰਦੀ ਹੈ। ਠੀਕ ਹੈ ਜੀ, ਚਲੋ ਜੀ ਅੱਗੇ ਗੱਲ ਕਰਦੇ ਹਾਂ ਆਪਾਂ ਫਿਫਥ ਕੁਐਸਚਨ ਦੀ। ਖੇਡਦੇ ਸਮੇਂ ਰੀਟਾ ਦੇ ਸੱਟ ਲੱਗ ਗਈ। ਬੇਟਾ ਜੀ ਇਹ ਕੁਐਸਚਨ ਤੁਹਾਨੂੰ ਸੈਂਪਲ ਪੇਪਰ 'ਚ ਵੀ ਆਇਆ ਸੀ। ਖੇਡਦੇ ਸਮੇਂ ਰੀਟਾ ਦੇ ਸੱਟ ਲੱਗ ਗਈ, ਉਸਦੇ ਗੋਡੇ ਵਿੱਚੋਂ ਖੂਨ ਵਗਣ ਲੱਗ ਗਿਆ, ਪਰ ਕੁਝ ਸਮੇਂ ਬਾਅਦ ਖੂਨ ਵਹਿਣਾ ਬੰਦ ਹੋ ਗਿਆ ਅਤੇ ਸੱਟ ਵਾਲੀ ਥਾਂ 'ਤੇ ਲਾਲ ਰੰਗ ਦਾ ਖਰੀਂਡ ਆ ਗਿਆ ਜੀ। ਕੀ ਤੁਸੀਂ ਦੱਸ ਸਕਦੇ ਹੋ ਕਿ ਖਰੀਂਡ ਜੰਮਣ ਵਿੱਚ ਕਿਸਨੇ ਸਹਾਇਤਾ ਕੀਤੀ। ਵਾਈਲ ਪਲੇਇੰਗ ਰੀਟਾ ਗੋਟ ਇੰਜਰਡ। ਰੀਟਾ ਨੂੰ ਕੀ ਲੱਗ ਗਈ ਜੀ, ਸੱਟ, ਬਟ ਜਿਹੜੀ injured and there was bleeding from her knee, but after some time bleeding got stopped and there was
ਅ ਫਾਰਮੇਸ਼ਨ ਆਫ ਰੈਡ ਕਲਰਡ ਕਲੌਟ ਦੀ ਫਾਰਮੇਸ਼ਨ ਹੋ ਜਾਂਦੀ ਹੈ। ਕੈਨ ਯੂ ਟੈਲ ਹੂ ਹੈਲਪਡ ਇਨ ਕਲੌਟਿੰਗ? ਸਫੇਦ ਰਕਤ ਕੋਸ਼ਾਵਾਂ, ਵਾਈਟ ਬਲੱਡ ਸੈੱਲ, ਹੀਮੋਗਲੋਬਿਨ, ਪਲੇਟਲੈਟਸ, ਲਾਲ ਰਕਤ ਕੋਸ਼ਿਕਾਵਾਂ। ਤਾਂ ਬੇਟਾ ਜੀ ਜਿਹੜਾ ਇਹ ਕਲੌਟ ਆਉਂਦਾ ਦੈਟ ਇਜ਼ ਬਿਕੋਜ਼ ਆਫ ਪਲੇਟਲੈਟਸ ਜੋ ਸਾਡੇ ਬਲੱਡ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ। ਚਲੋ ਜੀ 6th ਕੁਐਸਚਨ ਦੀ ਗੱਲ ਕਰਦੇ ਹਾਂ। ਕਮਲ ਸੋਚਦਾ ਹੈ ਕਿ ਨਵੇਂ ਪੌਦੇ ਹਮੇਸ਼ਾ ਬੀਜਾਂ ਤੋਂ ਪੈਦਾ ਹੁੰਦੇ ਹਨ, ਪਰ ਉਹ ਇਹ ਸੋਚ ਕੇ ਹੈਰਾਨ ਹੁੰਦਾ ਹੈ ਕਿ ਉਸਨੇ ਕਦੀ ਗੰਨੇ ਅਤੇ ਆਲੂ ਦੇ ਬੀਜ ਨਹੀਂ ਦੇਖੇ। ਉਹ ਜਾਣਨਾ ਚਾਹੁੰਦਾ ਹੈ ਕਿ ਇਹਨਾਂ ਦੇ ਨਵੇਂ ਪੌਦੇ ਕਿਸ ਤਰ੍ਹਾਂ ਉੱਗਦੇ ਹਨ। ਕਮਲ ਥੋਟ ਦੈਟ ਨਿਊ ਪਲਾਂਟਸ ਆਲਵੇਜ਼ ਡਿਵੈਲਪ ਫਰੋਮ ਸੀਡਸ। ਤੁਸੀਂ ਵੀ ਬੇਟਾ ਜੀ ਇਹੀ ਸੋਚਦੇ ਹੋ ਕਿ ਜਿਹੜੇ ਨਵੇਂ ਪੌਦੇ ਹਮੇਸ਼ਾ ਸੀਡਸ ਤੋਂ ਮਿਲਦੇ ਨੇ, ਬਟ ਹੀ ਵਾਜ਼ ਅਸਟੋਨਿਸ਼ਡ ਟੂ ਥਿੰਕ ਦੈਟ ਹੀ ਨੈਵਰ ਸੀਨ ਦ ਸੀਡਸ ਆਫ ਸ਼ੂਗਰ ਕੇਨ ਐਂਡ ਪੋਟੈਟੋ। ਹੀ ਵਾਂਟਸ ਟੂ ਨੋ ਹਾਊ ਨਿਊ ਪਲਾਂਟਸ ਆਰ ਗਰੋਨ ਫਰੋਮ ਸੱਚ ਪਲਾਂਟਸ। ਬੇਟਾ ਜੀ ਕਾਇਆ ਪ੍ਰਜਨਨ ਦੁਆਰਾ ਥਰੂ ਵੈਜੀਟੇਟਿਵ ਰੀਪਰੋਡਕਸ਼ਨ, ਲਿੰਗੀ ਪ੍ਰਜਨਨ ਦੁਆਰਾ ਥਰੂ ਸੈਕਚੁਅਲ ਰੀਪਰੋਡਕਸ਼ਨ, ਉਪਰੋਕਤ ਵਿੱਚੋਂ ਦੋਵੇਂ, ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਬੇਟਾ ਜੀ ਬੇਸਿਕਲੀ ਇਟ ਇਜ਼ ਮੇਕ ਬਾਏ ਲਿੰਗੀ ਪ੍ਰਜਨਨ ਨਹੀਂ, ਦੋਵਾਂ ਵਿੱਚੋਂ ਕੋਈ ਨਹੀਂ ਕਾਇਆ ਪ੍ਰਜਨਨ ਦੈਟ ਇਜ਼ ਵੈਜੀਟੇਟਿਵ ਰੀਪਰੋਡਕਸ਼ਨ, ਜਿਹਦੇ ਵਿੱਚ ਇੱਕ ਆਪਾਂ ਕਲਮ ਲਾਉਂਦੇ ਹਾਂ ਅਤੇ ਅਗਲਾ ਜਿਹੜਾ ਪੌਦਾ ਹੈ ਉਹ ਹੋ ਜਾਂਦਾ ਹੈ। ਚਲੋ ਜੀ ਅੱਗੇ ਗੱਲ ਕਰਦੇ ਹਾਂ। ਰੇਸ਼ਮ ਦੇ ਕੀੜੇ ਦੇ ਜੀਵਨ ਦਾ ਚੱਕਰ ਦਾ ਸਹੀ ਕ੍ਰਮ ਚੁਣੋ। ਚੂਜ਼ ਦ ਐਗਜ਼ੈਕਟ ਸੀਕੁਐਂਸ ਲਾਈਫ ਸਾਈਕਲ ਆਫ ਸਿਲਕ ਵਰਮ। अंडे, लार्वा, प्यूपा और रेशम का कीड़ा। अंडे, प्यूपा, लार्वा और रेशम का कीड़ा। लार्वा, प्यूपा, अंडे और रेशम का कीड़ा। प्यूपा, लार्वा, अंडे, रेशम का कीड़ा। डियर स्टूडेंट्स ਤੁਹਾਨੂੰ पता है कि सब तो पहले की बनेगा अंडा, अंडे तो की होएगा लार्वा, लार्वे तो की होएगा प्यूपा, प्यूपे तो की बनेगा रेशम का कीड़ा। चलो जी 8th क्वेश्चन डिस्कस करते हैं। ਰੋਹਨ ਨੇ ਆਪਣੀ ਕਮੀਜ਼ 'ਤੇ ਸਬਜ਼ੀ 'ਤੇ ਪੀਲੇ ਦਾਗ ਦੇਖੇ। ਜਦੋਂ ਉਸਨੇ ਆਪਣੀ ਕਮੀਜ਼ ਨੂੰ ਸਾਬਣ ਦੀ ਘੋਲ ਵਿੱਚ ਡੁਬੋਇਆ ਤਾਂ ਦਾਗ ਪੀਲੇ ਰੰਗ ਦਾ ਲਾਲ ਹੋ ਗਿਆ। ਇਸ ਤਰ੍ਹਾਂ ਕਿਉਂ ਹੋਇਆ? ਰੋਹਨ had noticed yellow spots of vegetable on his shirt. When he immersed his shirt into soap solution, the yellow color of spot changed into red. Why had it happened? ਸਾਬਣ ਦਾ ਤੇਜ਼ਾਬੀ ਗੁਣ ਕਰਕੇ, ਡਿਊ ਟੂ ਐਸਿਡਿਕ ਨੇਚਰ, ਸਾਬਣ ਦੇ ਖਾਰੀ ਗੁਣ ਕਰਕੇ, ਸਾਬਣ ਦੇ ਉਦਾਸੀਨ ਗੁਣ ਕਰਕੇ, ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਡੀਅਰ ਸਟੂਡੈਂਟਸ ਤੁਹਾਨੂੰ ਇਹ ਪਤਾ ਹੈ ਕਿ ਦਿਸ ਇਜ਼ ਬਿਕੋਜ਼ ਆਫ ਦਾ ਜਿਹੜਾ ਬੇਸਿਕ ਨੇਚਰ ਆਫ ਸੋਪ ਕੀ ਹੁੰਦਾ ਖਾਰੀ ਜਿਹੜੀ ਹਲਦੀ ਦੇ ਨਾਲ ਉਹਦੇ ਆਪਾਂ ਦਾਗ ਨੂੰ ਕਰਦੇ ਹਾਂ ਅਤੇ ਉਹ ਲਾਲ ਰੰਗ ਦੇ ਦਿੰਦਾ ਹੈ। ਚਲੋ ਜੀ ਅਗਲੀ ਗੱਲ ਕਰਦੇ ਹਾਂ। 9ਵਾਂ ਕੁਐਸਚਨ। ਅਮਿਤ ਨੂੰ ਆਪਣੇ ਸਕੂਲ ਦੀ ਪ੍ਰਯੋਗਸ਼ਾਲਾ ਵਿੱਚੋਂ ਇੱਕ ਘੋਲ ਮਿਲਿਆ। ਉਹ ਇਸ ਘੋਲ ਬਾਰੇ ਅਣਜਾਣ ਸੀ। ਉਹ ਤੇਜ਼ਾਬੀ ਹੈ ਜਾਂ ਖਾਰੀ? ਕਿਸ ਪਦਾਰਥ ਦੀ ਮਦਦ ਨਾਲ ਉਹ ਇਹ ਜਾਣ ਪਾਏਗਾ? ਅਮਿਤ ਗੋਟ ਅ ਸੋਲਿਊਸ਼ਨ ਇਨ ਸਾਇੰਸ ਲੈਬ ਆਫ ਹਰ ਸਕੂਲ। she was unaware whether it was acidic or basic. With the help of which aid or which substance she will find about this? जी ਤਾਂ ਬੇਟਾ ਜੀ ਹਾਈਡਰੋਕਲੋਰਿਕ ਐਸਿਡ, ਲੂਣ, ਸੋਡੀਅਮ ਹਾਈਡਰੋਕਸਾਈਡ ਕੇ ਸੂਚਕ ਔਰ ਇੰਡੀਕੇਟਰ। ਬੇਟਾ ਜੀ ਇੰਡੀਕੇਟਰ ਉਹਨੂੰ ਦੱਸੇਗਾ ਕਿ ਜਿਹੜਾ ਪਦਾਰਥ ਹੈ ਉਹ ਕੀ ਹੈ, ਬੇਸ ਹੈ ਜਾਂ ਐਸਿਡ ਹੈ। 10th ਕੁਐਸਚਨ ਦੀ ਗੱਲ ਕਰਦੇ ਹਾਂ। ਕਰਨ ਨੇ ਮੋਟਰਸਾਈਕਲ 'ਤੇ ਆਪਣੇ ਘਰ ਤੋਂ ਬਾਜ਼ਾਰ ਜਾਣ ਲਈ 10 ਮਿੰਟ ਦਾ ਸਮਾਂ ਲੱਗਦਾ ਹੈ। ਜੇ ਮੋਟਰਸਾਈਕਲ ਦੀ ਗਤੀ 2 ਮੀਟਰ ਪ੍ਰਤੀ ਸੈਕਿੰਡ ਹੈ। ਬੇਟਾ ਜੀ ਕਰਨ ਨੇ 10 ਮਿੰਟ ਦਾ ਸਮਾਂ ਲਾਇਆ ਅਤੇ ਮਾਰਕੀਟ ਪਹੁੰਚਣ ਲਈ ਅਤੇ ਬਾਈਕ ਸਪੀਡ ਦੀ ਸੀ 2 ਮੀਟਰ ਪ੍ਰਤੀ ਸੈਕਿੰਡ। ਤੁਸੀਂ ਡਿਸਟੈਂਸ ਕੱਢਣਾ। ਤੁਹਾਨੂੰ ਪਤਾ ਹੈ ਜੀ ਸਪੀਡ ਇਜ਼ ਇਕੁਅਲਸ ਟੂ ਡਿਸਟੈਂਸ ਓਵਰ ਟਾਈਮ। ਸਪੀਡ ਤੁਹਾਨੂੰ ਦਿੱਤੀ ਹੈ ਜੀ 2 ਮੀਟਰ ਪਰ ਸੈਕਿੰਡ, ਡਿਸਟੈਂਸ 10 ਮਿੰਟ। ਤਾਂ ਤੁਸੀਂ ਇਹਨੂੰ ਪਹਿਲੇ ਜੀ 10 ਗੁਣਾ ਜਿਹੜਾ 60 ਕਰੋਗੇ ਕਿਉਂਕਿ ਸੈਕਿੰਡਸ 'ਚ ਬਦਲੋਗੇ। 2 ਗੁਣਾ 600 ਬਰਾਬਰ ਤੁਹਾਡਾ ਡਿਸਟੈਂਸ ਆ ਗਿਆ ਅਤੇ ਡੀ ਕਿਹਦੇ ਬਰਾਬਰ ਆ ਗਿਆ 1200 ਮੀਟਰ। ਠੀਕ ਹੈ ਡੀਅਰ ਸਟੂਡੈਂਟਸ, ਇਹਦਾ ਮਤਲਬ ਸਾਡੀ ਕਿਹੜੀ ਆਪਸ਼ਨ ਸਹੀ ਹੈ? ਸਾਡੀ ਫਸਟ ਆਪਸ਼ਨ ਸਹੀ ਹੈ। ਅਸੀਂ ਫਾਰਮੂਲਾ ਲਾਇਆ ਸਪੀਡ ਦਾ ਡਿਸਟੈਂਸ ਓਵਰ ਟਾਈਮ। ਸਪੀਡ ਸਾਨੂੰ 2 ਦਿੱਤੀ ਹੈ, ਟਾਈਮ ਮਿੰਟਸ 'ਚ ਸੀ। ਸਪੀਡ ਸਾਨੂੰ ਸੈਕਿੰਡਸ 'ਚ ਦਿੱਤੀ ਹੈ, ਇਸ ਲਈ ਆਪਾਂ ਉਹਨੂੰ ਵੀ ਸੈਕਿੰਡਸ 'ਚ ਬਦਲ ਲਿਆ ਔਰ ਫਾਈਨਲੀ ਸਾਡੇ ਕੋਲ ਆਨਸਰ ਕੀ ਆ ਗਿਆ 1200 ਮੀਟਰ। ਅਗਲੇ ਕੁਐਸਚਨ ਦੀ ਗੱਲ ਕਰਦੇ ਹਾਂ 11th ਦੀ। ਇੱਕ ਦੌੜਾਕ ਟਰੈਕ 'ਤੇ ਦੌੜ ਰਿਹਾ ਸੀ। ਉਸ ਵੇਲੇ ਉਸ ਦੀਆਂ ਬਾਹਾਂ ਕਿਸ ਕਿਸਮ ਦੀ ਗਤੀ ਕਰ ਰਹੀਆਂ ਸੀ? ਐਨ ਐਥਲੀਟ ਵਾਜ਼ ਰਨਿੰਗ ਔਨ ਟਰੈਕ। ਵਟ ਟਾਈਪ ਆਫ मोशन ऑफ हिज आर्म्स विल बी देयर एट द टाइम? एक खिलाड़ी ट्रैक पर दौड़ रहा था,
उस समय उसकी बाहें बाजू या किस किस्म की गति कर रही थी? सरल रेखी गति, लीनियर मोशन, चक्राकृति गति, सर्कुलर मोशन, डोलन गति, ऑसिलेटरी मोशन। ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਬੇਟਾ ਜੀ ਜਦੋਂ ਅਸੀਂ ਮਤਲਬ ਇੱਕ ਟਰੈਕ 'ਤੇ ਦੌੜਦੇ ਹਾਂ ਤਾਂ ਸਾਡੀ ਜਿਹੜੀ ਬਾਹਾਂ ਹੈ ਉਹ ਡੋਲਣ ਗਤੀ ਕਰਦੀਆਂ ਹੈ। 12ਵੇਂ क्वेश्चन की गल करांगे। हेठ दिते चित्र तो की पता लगता है? वट द पिक्चर गिवन बिलो डिपेक्ट्स। नीचे दिया गया चित्र क्या दर्शाता है? बंद सर्किट, क्लोज सर्किट, खुला सर्किट, ओपन सर्किट, बैटरी। इन्हां विचों कोई नहीं। तो बेटा जी तुसी देखोगे कि जिहड़ा पिन है ਉਹ ਤੁਹਾਡੇ ਸੇਫਟੀ ਪਿਨ ਨੂੰ ਜਿਹੜਾ ਸਿੰਪਲ ਪਿਨ ਆ ਉਹ ਟੱਚ ਨਹੀਂ ਕਰ ਰਹੀ। ਜੇ ਟੱਚ ਕਰਦੀ ਹੁੰਦੀ ਤਾਂ ਬੰਦ ਸਰਕਟ ਹੋਣਾ ਸੀ ਔਰ ਬਲਬ ਜਗ ਜਾਣਾ ਸੀ, ਪਰ ਫਿਲਹਾਲ ਇਹ ਟੱਚ ਨਹੀਂ ਕਰ ਰਹੀ ਔਰ ਬਲਬ ਨਹੀਂ ਜਗ ਰਿਹਾ। ਤਾਂ ਇਹ ਕਿਹੜਾ ਸਰਕਟ ਹੈ ਜੀ? ਇਹ ਓਪਨ ਸਰਕਟ ਹੈ, ਖੁੱਲਾ ਸਰਕਟ। ਠੀਕ ਹੈ ਜੀ। ਚਲੋ ਜੀ ਗੱਲ ਕਰਦੇ ਹਾਂ 13ਵੇਂ ਕੁਐਸਚਨ ਦੀ। ਮੋਹਿਤ ਨੇ ਲੋਹੇ ਦੇ ਇੱਕ ਕਿੱਲ ਤੇ ਤਾਰ ਤੇ 50 ਕੁੰਡਲ ਦੀ ਲਪੇਟ ਨਾਲ ਇੱਕ ਬਿਜਲ ਚੁੰਬਕ ਏ ਬਣਾਇਆ। ਰਾਣੀ ਨੇ ਵੀ ਇਹੋ ਜਿਹੇ ਲੋਹੇ ਦੇ ਕਿੱਲ ਦੀ ਤਾਰ ਦੇ ਨਾਲ 100 ਕੁੰਡਲ ਲਪੇਟ ਦੀ ਬਿਜਲ ਚੁੰਬਕ ਬੀ ਬਣਾਇਆ। ਕਿਹੜਾ ਬਿਜਲ ਚੁੰਬਕ ਜ਼ਿਆਦਾ ਪਿੰਨਾਂ ਨੂੰ ਆਪਣੇ ਵੱਲ ਖਿੱਚੇਗਾ ਜੀ? ਬੇਟਾ ਜੀ ਮੋਹਿਤ ਮੇਡ ਇਲੈਕਟ੍ਰੋਮੈਗਨੇਟਿਵ ਏ ਬਾय coiling 50 turns of wire over an iron nail. Rani also made electromagnet B by coiling 100 turns over similar iron nail. ਤਾਂ ਜੀ ਵਿਚ ਇਲੈਕਟ੍ਰੋਮੈਗਨੇਟ ਵਿਲ ਅਟਰੈਕਟ ਮੋਰ ਪਿੰਸ। ਔਰ ਤੁਹਾਨੂੰ ਪਤਾ ਹੈ ਡੀਅਰ ਸਟੂਡੈਂਟਸ ਕਿ ਜਿੰਨੀਆਂ ਜ਼ਿਆਦਾ ਕੋਇਲਸ ਤੇ ਟਰਨਸ ਹੋਣਗੀਆਂ ਉਹਨਾਂ ਜਿਹੜਾ ਇਲੈਕਟ੍ਰੋਮੈਗਨੇਟ ਹੈ ਉਹ ਸਟਰੋਂਗ ਹੋਏਗਾ ਅਤੇ ਉਹਨਾਂ ਉਹਨੂੰ ਕਰੇਗਾ। ਇਹਦਾ ਮਤਲਬ ਬੀ ਤੇ 100 ਕੋਇਲ ਸੀ, ਇਹਦਾ ਮਤਲਬ ਬਿਜਲ ਬੀ ਇਲੈਕਟ੍ਰੋਮੈਗਨੇਟ। ਠੀਕ ਹੈ ਜੀ। ਏ ਨਹੀਂ, ਦੋਵੇਂ ਨਹੀਂ, ਕੋਈ ਵੀ ਨਹੀਂ, ਬਿਜਲ ਬੀ। ਠੀਕ ਹੈ ਨਾ। ਬੀ 'ਚ ਕਿੰਨੀਆਂ ਕੋਇਲ ਸੀ? 100। ਠੀਕ ਹੈ ਜੀ। ਅਗਲੇ 14ਵੇਂ ਕੁਐਸਚਨ ਦੀ ਗੱਲ ਕਰਦੇ ਹਾਂ ਜੀ। ਪਵਨ ਨੇ ਅੱਜ ਉਦਾਸੀਨੀਕਰਨ ਕਿਰਿਆ ਬਾਰੇ ਪੜ੍ਹਿਆ, ਜਿਹਨੂੰ ਆਪਾਂ ਨਿਊਟਰਲਾਈਜੇਸ਼ਨ ਕਹਿੰਦੇ ਹਾਂ। ਜੇ ਮਿੱਦੇ ਵਿੱਚ ਤੇਜ਼ਾਬ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਸਾਨੂੰ ਕੀ ਲੈਣਾ ਚਾਹੀਦਾ ਹੈ? ਬੇਟਾ ਜੀ ਆਪਸ਼ਨਸ ਨੂੰ ਧਿਆਨ ਨਾਲ ਦੇਖਿਓ। ਪਹਿਲੀ ਆਪਸ਼ਨ ਹੈ ਹਾਈਡਰੋਕਲੋਰਿਕ ਐਸਿਡ, ਦੂਜੀ ਹੈ ਫਾਰਮਿਕ ਐਸਿਡ, ਤੀਜੀ ਹੈ ਸਿਟਰਿਕ ਐਸਿਡ। ਤੇਜ਼ਾਬ ਅੱਗੇ ਬਣਿਆ ਹੋਇਆ ਅਤੇ ਤੇਜ਼ਾਬ ਅਸੀਂ ਥੋੜ੍ਹੀ ਲੈ ਲਾਂਗੇ, ਅਸੀਂ ਕੀ ਲਵਾਂਗੇ? ਮੈਗਨੀਸ਼ੀਅਮ ਹਾਈਡਰੋਕਸਾਈਡ, ਜਿਹੜਾ ਕੀ ਹੈ ਬੇਸ, ਤਾਂ ਕਿ ਜਿਹੜੀ ਕਿਰਿਆ ਹੈ ਉਦਾਸੀਨੀਕਰਨ ਕਿਰਿਆ ਹੋ ਜਾਏ। ਠੀਕ ਹੈ ਜੀ। ਚਲੋ ਜੀ 15ਵੇਂ ਕੁਐਸਚਨ ਦੀ ਗੱਲ ਕਰਦੇ ਹਾਂ। ਰਣਜੀਤ ਨੇ ਇੱਕ ਸੈੱਲ ਹੋਲਡਰ, ਇੱਕ ਸਵਿਚ ਅਤੇ ਬਲਬ ਜੋੜ ਕੇ ਇੱਕ ਸਰਕਟ ਬਣਾਇਆ। ਜਦੋਂ ਉਸਨੇ ਸਵਿਚ ਚਾਲੂ ਕੀਤਾ ਤਾਂ ਬਲਬ ਨਹੀਂ ਜਗਿਆ। ਸਰਕਟ ਵਿੱਚ ਕੋਈ ਗਲਤੀ ਲੱਭਣ ਵਿੱਚ ਰਣਜੀਤ ਦੀ ਮਦਦ ਕਰੋ। ਰਣਜੀਤ had made a circuit with the help of cell holder or switch and a bulb, but the bulb did not glow when he switched on the circuit. Help Ranjit to find out the possible mistake in the circuit. ਜੀ ਬੇਟਾ ਜੀ ਦੇਖੋ, ਹੁਣ ਉਹਨੇ ਸਰਕਟ ਬਣਾਇਆ ਅਤੇ ਸਰਕਟ ਦਾ ਬਲਬ ਨਹੀਂ ਜਗਿਆ। ਹੁਣ ਆਪਸ਼ਨ ਪੜ੍ਹਿਓ ਕਿ ਤਾਰਾਂ ਦੇ ਜੋੜ ਢਿੱਲੇ ਹੋ ਸਕਦੇ ਨੇ, ਕਨੈਕਸ਼ਨ ਆਫ ਵਾਇਰ ਮੇ ਬੀ ਲੂਜ਼, ਹਾਂਜੀ ਹੋ ਸਕਦੇ ਨੇ, ਤਾਂ ਹੀ ਮੇ ਬੀ ਬਲਬ ਨਾ ਜਗਿਆ ਹੋਵੇ। ਸੈੱਲ ਖਰਾਬ ਹੋ ਸਕਦਾ, ਜਿਹੜਾ ਸੈੱਲ ਉਹਨੇ ਲਾਇਆ ਮੰਨ ਲਓ ਉਹ ਖਰਾਬ ਹੋ ਸਕਦਾ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਬਲਬ ਫਿਊਜ਼ ਹੋ ਸਕਦਾ ਜੀ। ਹਾਂਜੀ ਜੀ ਬਲਬ ਵੀ ਫਿਊਜ਼ ਹੋ ਸਕਦਾ, ਇਹ ਵੀ ਸਾਨੂੰ ਦੇਖਣਾ ਪਏਗਾ। ਅਤੇ ਉਪਰੋਕਤ ਸਾਰੀਆਂ, ਇਹਦਾ ਮਤਲਬ ਸਾਡੀ ਲਾਸਟ ਆਪਸ਼ਨ ਸਹੀ ਹੈ ਕਿ ਸਾਰੀਆਂ ਸੰਭਾਵਨਾਵਾਂ ਜਿਹੜੀਆਂ ਹੈ ਉਹ ਠੀਕ ਹੋ ਸਕਦੀਆਂ ਹੈ। ਚਲੋ ਜੀ ਡੀਅਰ ਸਟੂਡੈਂਟ 16ਵੇਂ ਕੁਐਸਚਨ ਦੀ ਗੱਲ ਕਰਦੇ ਹਾਂ। ਜਦੋਂ ਇੱਕ ਤਾਰ ਵਿੱਚੋਂ ਬਿਜਲੀ ਲੰਘ ਰਹੀ ਹੋਵੇ ਤਾਂ ਉਸ ਲਾਗੇ ਇੱਕ ਚੁੰਬਕੀ ਸੂਈ ਰੱਖੀ ਜਾਵੇ ਤਾਂ ਵਰਤਾਰਾ ਕੀ ਵੇਖਣ ਨੂੰ ਮਿਲੇਗਾ? ਵੈਨ ਵੀ ਪਲੇਸਡ ਅ ਮੈਗਨੇਟ ਕੰਪਾਸ ਨੀਅਰ ਅ ਕਰੰਟ ਕੈਰਿੰਗ ਵਾਇਰ ਦੈਨ ਵਟ ਕਾਈਂਡ ਆਫ ਫਿਨੋਮੀਨਾ ਵੁੱਡ ਬੀ ਓਬਜ਼ਰਵਡ? ਚੁੰਬਕੀ ਸੂਈ ਵਿਖੇਪਿਤ ਹੋ ਜਾਏਗੀ, ਮੈਗਨੈਟਿਕ ਕੰਪਾਸ ਵਿਲ ਬੀ ਡਿਫਲੈਕਟਡ ਐਂਡ ਤਾਰ ਟੁੱਟ ਜਾਵੇਗੀ, ਕਰੰਟ ਵੰਗਣਾ ਬੰਦ ਹੋ ਜਾਵੇਗਾ। ਉਪਰੋਕਤ ਵਿੱਚੋਂ ਕੋਈ ਨਹੀਂ। ਡੀਅਰ ਸਟੂਡੈਂਟਸ ਜਦੋਂ ਤੁਸੀਂ ਕੀ ਕਰੋਗੇ ਕਿ ਤਾਰ ਵਿੱਚੋਂ ਬਿਜਲੀ ਲੰਘ ਰਹੀ ਅਤੇ ਉਸ ਲਾਗੇ ਇੱਕ ਚੁੰਬਕੀ ਸੂਈ ਰੱਖੋਗੇ ਤਾਂ ਤੁਹਾਨੂੰ ਇਹ ਵਰਤਾਰਾ ਦੇਖਣ ਨੂੰ ਮਿਲੇਗਾ ਕਿ ਜਿਹੜੀ ਚੁੰਬਕੀ ਸੂਈ ਉਹ ਵਿਖੇਪਿਤ ਹੋ ਜਾਏਗੀ, ਮੈਗਨੈਟਿਕ ਕੰਪਾਸ ਵਿਲ ਬੀ ਡਿਫਲੈਕਟਡ। ਠੀਕ ਹੈ ਡੀਅਰ ਸਟੂਡੈਂਟਸ। 17ਵੇਂ ਕੁਐਸਚਨ ਦੀ ਗੱਲ ਕਰਦੇ ਹਾਂ। ਰੇਸ਼ਮ ਦੇ ਰੇਸ਼ੇ ਕਿਸ ਤੋਂ ਬਣੇ ਹੁੰਦੇ ਹਨ? ਫॉर्म ਮਟੀਰੀਅਲ ਆਫ ਫਾਈਬਰਸ ਟੂ ਸਿਲਕ ਮੇਡ। ਤੋ ਦੈਨ ਰੇਸ਼ਮ ਦੇ ਰੇਸ਼ੇ ਕਿਸ ਤੋਂ ਬਣੇ ਹੁੰਦੇ ਹਨ? ਬੇਟਾ ਜੀ ਚਰਬੀ, ਪ੍ਰੋਟੀਨ, ਕਾਰਬੋਹਾਈਡਰੇਟ। ਉਪਰੋਕਤ ਵਿੱਚੋਂ ਕੁਛ ਨਹੀਂ। ਤਾਂ ਬੇਟਾ ਜੀ ਇਹ ਬਣੇ ਹੁੰਦੇ ਨੇ ਪ੍ਰੋਟੀਨ ਦੇ। ਠੀਕ ਹੈ ਜੀ। ਰਿਸਾਅ ਹੁੰਦਾ ਅਤੇ ਉਹਦੇ ਵਿੱਚ ਸਾਡੇ ਕੋਲ ਬੇਸਿਕਲੀ ਜਿਹੜਾ ਪ੍ਰੋਟੀਨ ਹੈ ਉਹ ਨਿਕਲਦਾ ਜਿਹਦੇ ਇਹ ਬਣੇ ਹੁੰਦੇ ਨੇ। 18ਵੇਂ ਕੁਐਸਚਨ ਦੀ ਗੱਲ ਕਰਦੇ ਹਾਂ। ਅੰਜੂ ਆਪਣੀ ਕਾਰ ਵਿੱਚ ਆਪਣੀ ਨਾਨੀ ਦੇ ਘਰ ਜਾ ਕੇ ਕੁਛ ਦੇਰ ਬਾਅਦ ਉਸਨੇ ਨੋਟ ਕੀਤਾ ਕਿ ਉਹ ਆਪਣੇ ਘਰ ਵਿੱਚ 50 ਕਿਲੋਮੀਟਰ ਦੂਰ ਆ ਗਈ ਹੈ। ਉਸਨੇ ਆਪਣੀ ਤੈਅ ਕੀਤੀ ਦੂਰੀ ਕਿਸ ਯੰਤਰ ਨਾਲ ਪਤਾ ਕੀਤੀ? ਅੰਜੂ ਵਾਸ ਗੋਇੰਗ ਟੂ ਹਰ ਗ੍ਰੈਂਡ ਮਦਰ ਹਾਊਸ ਬਾਏ ਹਰ ਕਾਰ। ਸ਼ੀ ਨੋਟਿਡ ਆਫਟਰ ਵਾਈਲ ਦੈਟ ਸ਼ੀ ਹੈਡ ਕਵਰਡ 50 ਕਿਲੋਮੀਟਰ ਫਰੋਮ ਹਰ ਹੋਮ।
विद द हेल्प ऑफ विच इंस्ट्रूमेंट शी केम टू नो डिस्टेंस कवर्ड बाय हर। अंजू ने अपनी कार से अपनी नानी घर जा रही थी, कुछ देर बाद उसने नोट किया कि वह अपने घर से 50 किलोमीटर दूर आ गई है। उसने अपनी तय की गई दूरी किस यंत्र से मापी? पथ मापक, ओडियोमीटर, चाल मापक, स्पीडोमीटर, दूरी मापक, डिस्टेंस मीटर, डैशबोर्ड। बेटा जी पथ मापक, ठीक है जी, पथ मापक यानी ओडियोमीटर ਦੇ ਨਾਲ ਆਪਾਂ डिस्टेंस ਮੈਜ਼ਰ ਕਰਦੇ ਹਾਂ, स्पीडोमीटर ਦੇ ਨਾਲ ਆਪਾਂ ਚਾਲ ਮੈਜ਼ਰ ਕਰਦੇ ਹਾਂ। 19th क्वेश्चन की गल करांगी। 19 रेशे प्राप्त करने की विधि के पड़ावां का सही क्रम की होवेगा? What will be the correct sequence of various steps involved in process of wool production? कटाई, छटाई, अभिमार्जन, रंगाई। कटाई, छटाई, रंगाई, अभिमार्जन। कटाई, अभिमार्जन, छटाई, रंगाई। कटाई, रंगाई, अभिमार्जन, छटाई। बेटा जी सब तो पहले की हुंदी है? सब तो पहले कटाई हुंदी है, फिर अभिमार्जन हुंदा जी, फिर तुहाडे कोल छटाई हुंदी है जी, ते फिर ओहदी की हुंदी है जी? रंगाई हुंदी है। ठीक है जी, अभिमार्जन तो बाद छटाई हुंदी है। चलो जी, ਤੁਹਾਡਾ लास्ट क्वेश्चन की सी? वैरी ईजी क्वेश्चन सी लास्ट। रोहित ਨੂੰ ਅਚਾਨਕ ਕੀੜੀ ਨੇ ਕੱਟ ਲਿਆ। घर ਵਿੱਚ ਮੌਜੂਦ ਹੇਠ ਲਿਖਿਆ ਵਿੱਚੋਂ ਉਹ ਕਿਹੜੀ ਚੀਜ਼ ਲੈ ਕੇ ਆਵੇਗਾ ਕਿ ਕੀੜੀ ਦੇ ਡੰਗ ਖਤਮ ਹੋ ਜਾਵੇਗਾ? ਸਡਨਲੀ ਰੋਹਿਤ ਵਾਸ ਬਿਟਨ ਬਾय ਐਨ ਆਂਟ। ਵਿਚ ਹਾਊਸਹੋਲਡ ਪ੍ਰੋਡਕਟ ਅਮੰਗ ਦ ਫੋਲੋਇੰਗ ਵਿਲ ਦੇ ਯੂਜ਼ ਟੂ ਰਿਡਿਊਸ ਦ ਇਫੈਕਟ ਆਫ ਐਨ ਆਂਟ ਬਾਈਟ? ਤਾਂ ਬੇਟਾ ਜੀ ਸਿਰਕਾ ਨਹੀਂ, ਨਿੰਬੂ ਦਾ ਰਸ ਨਹੀਂ, ਸਾਬਣ ਦਾ ਨਹੀਂ, ਤੇ ਇਮਲੀ ਕਿ ਸਾਬਣ? ਸਾਬਣ ਦਾ ਘੋਲ। ठीक है जी, साबन का घोल। ठीक है डियर स्टूडेंट्स, ਇੱਦਾਂ ਤੁਹਾਡਾ एग्जाम सी। ID भर के तुसी अपना पेपर करना सी। वेरी ईजी पेपर। जे तुसी सारिया वीडियो 7th क्लास दियाँ देखिया होणगियां तो मैनू नहीं लगता सी कि ये पेपर कोई टफ है। चलो जी, मिलते हैं तुहानू अगले पेपर के सल्यूशन च। टिल दैन गुड बाय, टेक केयर।